BA थर्ड। बेटा आज ਆਪਾਂ ਕਰਨਾ ਹੈ ਬੈਲੈਂਸ ਆਫ ਪਾਵਰ। ਵਟ ਡੂ ਯੂ ਮੀਨ ਬਾਈ ਦੀ ਬੈਲੈਂਸ ਆਫ ਪਾਵਰ? ਸਭ ਤੋਂ ਪਹਿਲਾਂ ਬੇਟਾ ਦੇਖੋ, ਅੰਤਰਰਾਸ਼ਟਰੀ ਰਾਜਨੀਤੀ ਸ਼ਕਤੀ ਲਈ ਸੰਘਰਸ਼ ਹੈ। ਇੰਟਰਨੈਸ਼ਨਲ ਪੋਲੀਟਿਕਸ ਇਜ਼ ਸਟਰਗਲ ਫॉर ਪਾਵਰ। ਪਰੰਤੂ ਜੇਕਰ ਇਸ ਸ਼ਕਤੀ ਦੇ ਲਈ ਸੰਘਰਸ਼ ਬਿਲਕੁਲ ਖੁੱਲ੍ਹਾ ਛੱਡ ਦਿੱਤਾ ਜਾਵੇ ਤਾਂ ਇਹ ਸੰਸਾਰ ਵਿੱਚ ਅਰਾਜਕਤਾ ਅਤੇ ਯੁੱਧ ਦਾ ਕਾਰਨ ਬਣ ਜਾਏਗਾ। ਯਾਨੀ ਕਿ ਜੇ ਆਪਾਂ ਕਹੀਏ ਕਿ ਪਾਵਰ ਫॉर ਸਟਰਗਲ ਹੈ, ਅਗਰ ਆਪਾਂ ਇਸ ਕਨਸੈਪਟ ਨੂੰ ਲੈ ਕੇ ਪੂਰੀ ਤਰ੍ਹਾਂ ਅਗਰ ਆਪਾਂ ਸਾਰੇ ਦੇਸ਼ਾਂ ਨੂੰ ਫ੍ਰੀ ਛੱਡ ਦਈਏ, ਸਾਰੀ ਕੰਟਰੀਜ਼ ਨੂੰ ਕਹੀਏ ਵੀ ਦੇ ਕੈਨ ਡੂ ਵਟ ਦੇ ਵਾਂਟ ਟੂ ਗੈਟ ਮੋਰ ਐਂਡ ਮੋਰ ਪਾਵਰ, ਸੋ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਇਹ ਵॉर ਦੀ ਸਿਚੁਏਸ਼ਨਸ ਬਣ ਜਾਏਗੀ। ਤੋ ਇਸ ਸਿਚੁਏਸ਼ਨਸ ਦੇ ਉੱਤੇ ਕਾਬੂ ਪਾਉਣ ਦੇ ਲਈ, ਇਸ ਸਿਚੁਏਸ਼ਨਸ ਨੂੰ ਕੰਟਰੋਲ ਕਰਨ ਦੇ ਲਈ ਜਿਹੜਾ ਕਨਸੈਪਟ ਅਪਣਾਇਆ ਜਾਂਦਾ ਦੈਟ ਇਜ਼ ਕਾਲਡ ਅ ਬੈਲੈਂਸ ਆਫ ਪਾਵਰ, ਹੈ ਨਾ। ਬੈਲੈਂਸ ਆਫ ਪਾਵਰ ਨੂੰ ਆਪਾਂ ਇੱਕ ਸਕੇਲ ਦੇ ਕਾਰਨ ਤੋਲ ਸਕਦੇ ਹਾਂ, ਇੱਕ ਤਰਾਜੂ ਜਿਹੜਾ ਆਪਾਂ ਕਹਿੰਦੇ ਆ, ਤੱਕੜੀ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਨੇ, ਉਹਦੇ ਕਰਕੇ ਜਦ ਤੱਕ ਬੇਟਾ ਉਹਦੇ ਦੋਨੋਂ ਪੱਲੜੇ ਭਾਰੀ ਹੈ, ਇਟ ਮੀਨਸ ਦੋਨਾਂ ਦੇ ਭਾਰ ਜਿਹੜਾ ਹੈਗਾ ਉਹ ਇਕੁਅਲ ਹੈ। ਇਸੀ ਤਰ੍ਹਾਂ ਬੈਲੈਂਸ ਆਫ ਪਾਵਰ ਹੈ ਕਿ ਬੈਲੈਂਸ ਆਫ ਪਾਵਰ ਦੇ ਜਿਹੜੇ ਸਪੋਰਟਰਸ ਨੇ ਉਹ ਇਹ ਕਹਿੰਦੇ ਨੇ ਕਿ ਜੇਕਰ ਸਾਰੇ ਦੇਸ਼ਾਂ ਕੋਲ ਪਾਵਰਸ ਜਿਹੜੀ ਹੈਗੀ ਆ ਬਰਾਬਰ ਹੋਏਗੀ, ਇਕੁਅਲ ਹੋਏਗੀ, ਤਾਂ ਕੋਈ ਦੇਸ਼ ਦੂਸਰੇ ਦੇਸ਼ ਦੇ ਉੱਤੇ ਹਮਲਾ ਨਹੀਂ ਕਰ ਪਾਏਗਾ, ਹੈ ਨਾ। ਸੋ ਦਿਸ ਇਜ਼ ਕਾਲਡ ਅ ਬੈਲੈਂਸ ਆਫ ਪਾਵਰ। ਬੈਲੈਂਸ ਆਫ ਪਾਵਰ ਜਦੋਂ ਤੁਸੀਂ ਲਿਖੋਗੇ ਤਾਂ ਇਹਦੇ ਵਿੱਚ ਜਿਹੜਾ ਤੁਸੀਂ ਮੀਨਿੰਗ ਕਰਨਾ, ਤਾਂ ਤੁਸੀਂ ਆ ਜਿਹੜੇ ਡੈਫੀਨੇਸ਼ਨਸ ਤੋਂ ਬਾਅਦ ਹੈ ਨਾ ਇੱਥੋਂ ਸ਼ੁਰੂ ਕਰਨਾ ਹੈ ਕਿ ਸ਼ਕਤੀ ਸੰਤੁਲਨ ਦਾ ਮੁੱਖ ਉਦੇਸ਼ ਕਿਸੇ ਵੀ ਇੱਕ ਰਾਜ ਜਾਂ ਰਾਜਾਂ ਦੇ ਗੱਠਜੋੜ ਤੋਂ ਵਧੇਰੇ ਸ਼ਕਤੀਸ਼ਾਲੀ ਬਣਨ ਤੋਂ ਰੋਕਣਾ ਹੈ, ਕਿ ਕਿਸੇ ਇੱਕ ਦੇਸ਼ ਨੂੰ ਔਰ ਦੇਸ਼ਾਂ ਦੇ ਸਮੂਹ ਨੂੰ ਸ਼ਕਤੀਸ਼ਾਲੀ ਬਣਨ ਤੋਂ ਰੋਕਣਾ ਹੈ। ਵੀ ਡਾਇਕ ਕਹਿੰਦੇ ਨੇ ਕਿ ਸ਼ਕਤੀ ਸੰਤੁਲਨ ਦਾ ਮੁੱਖ ਉਦੇਸ਼ ਵੱਖ-ਵੱਖ ਰਾਜਾਂ ਦੇ ਵਿੱਚ ਇੱਕ ਅਜਿਹੀ ਸ਼ਕਤੀ ਦੀ ਵੰਡ ਕਾਇਮ ਕਰਨਾ ਹੈ ਜੋ ਕਿਸੇ ਵੀ ਰਾਜ ਨੂੰ ਧਮਕੀ ਜਾਂ ਹਿੰਸਾ ਦੇ ਪ੍ਰਯੋਗ ਦੁਆਰਾ ਦੂਜਿਆਂ ਉੱਤੇ ਆਪਣੀ ਇੱਛਾ ਠੋਸਣ ਤੋਂ ਰੋਕ ਸਕੇ। ਯਾਨੀ ਕਿ ਅਗਰ ਮੈਂ ਪਾਵਰਫੁਲ ਹੋਊਂਗੀ, ਠੀਕ ਹੈ, ਅਗਰ ਆਪਾਂ ਇਨ ਸਿੰਪਲ ਮੀਨਿੰਗ ਵੀ ਕੈਨ ਸੇ ਦੈਟ ਕਿ ਅਗਰ ਮੈਂ ਪਾਵਰਫੁਲ ਹਾਂ ਔਰ ਮੇਰੇ ਸਾਹਮਣੇ ਵਾਲਾ ਮੇਰੇ ਤੋਂ ਜ਼ਿਆਦਾ ਪਾਵਰਫੁਲ ਹੈ, ਤਾਂ ਹਮੇਸ਼ਾ ਮੈਨੂੰ ਡਰ ਲੱਗਿਆ ਰਹੇਗਾ ਕਿ ਕਦੇ ਨਾ ਕਦੇ ਕਿਤੇ ਨਾ ਕਿਤੇ ਉਹ ਮੇਰੇ ਦੇ ਉੱਤੇ ਅਟੈਕ ਕਰ ਸਕਦਾ ਹੈ ਔਰ ਮੇਰੇ ਕੋਲ ਇੰਨੀ ਪਾਵਰ ਨਹੀਂ ਹੈ ਕਿ ਮੈਂ ਉਹਦਾ ਮੁਕਾਬਲਾ ਕਰ ਸਕਾਂ। ਹਾਂ, ਲੇਕਿਨ ਜੇ ਮੈਂ ਆਪਣੇ ਸਾਹਮਣੇ ਵਾਲੇ ਪਰਸਨ ਦੇ ਬਰਾਬਰ ਸ਼ਕਤੀ ਹਾਸਲ ਕਰ ਲਵਾਂ, ਬਰਾਬਰ ਜਿਹੜਾ ਹੈਗਾ ਪਾਵਰ ਗੇਨ ਕਰ ਲਵਾਂ, ਤਾਂ ਸ਼ਾਇਦ ਮੈਨੂੰ ਉਸ ਤੋਂ ਘਬਰਾਉਣ ਦੀ ਕਦੇ ਲੋੜ ਨਹੀਂ ਪਏਗੀ। ਬਿਕੋਜ਼ ਅਗਰ ਵਨਸ ਐਨ ਅ ਵਾਈਲ ਕਦੇ ਉਹ ਮੇਰੇ 'ਤੇ ਅਟੈਕ ਕਰਦਾ ਵੀ ਹੈ ਤਾਂ ਮੈਂ ਹਮੇਸ਼ਾ ਰਿਲੈਕਸ ਰਹੂੰਗੀ ਕਿ ਮੇਰੇ ਕੋਲ ਪਾਵਰ ਹੈ ਉਨੀ ਕਿ ਮੈਂ ਉਸ ਦਾ ਮੁਕਾਬਲਾ ਕਰ ਸਕਾਂ, ਹੈ ਨਾ। ਇਹਦੇ ਵਿੱਚ ਤੁਸੀਂ ਦੋ ਡੈਫੀਨੇਸ਼ਨਸ ਬੇਟਾ ਦੇਖਣੀਆਂ ਨੇ, ਐਨੀ ਜੋ ਵੀ ਤੁਹਾਨੂੰ ਯਾਦ ਹੁੰਦੀਆਂ ਨੇ, ਠੀਕ ਹੈ। ਉਸ ਤੋਂ ਬਾਅਦ ਆਉਂਦੀ ਹੈ ਕਰੈਕਟਰ ਸਕੈਚਸ ਆਫ ਦ ਬੈਲੈਂਸ ਆਫ ਪਾਵਰ ਜਾਂ ਨੇਚਰ ਆਫ ਬੈਲੈਂਸ ਆਫ ਪਾਵਰ। ਨੰਬਰ 1 ਇਕੁਇਲਿਬਰੀਅਮ। ਤੁਸੀਂ ਇਕਨੋਮਿਕਸ ਦੇ ਵਿੱਚ ਵੀ ਪੜ੍ਹਦੇ, ਇਕੁਇਲਿਬਰੀਅਮ ਦੀ ਅਵਸਥਾ ਹੈ, ਸੰਤੁਲਿਤ ਅਵਸਥਾ ਹੈ ਕਿ ਨਾ ਪਾਵਰ ਜ਼ਿਆਦਾ ਹੈ ਨਾ ਘੱਟ ਹੈ, ਦੋਨੋਂ ਦੇਸ਼ਾਂ ਕੋਲ ਬਰਾਬਰ ਹੈ। ਲੇਕਿਨ ਅਗਰ ਕਿਸੇ ਦੇਸ਼ ਦੇ ਕੋਲ ਪਾਵਰ ਜ਼ਿਆਦਾ ਆ ਜਾਂਦੀ ਹੈ ਤਾਂ ਇਕੁਇਲਿਬਰੀਅਮ ਜਿਹੜਾ ਹੈਗਾ ਉਹ ਵਿਗੜ ਜਾਂਦਾ ਹੈ ਜਾਂ ਸੰਤੁਲਨ ਜਿਹੜਾ ਹੈਗਾ ਉਹ ਵਿਗੜ ਜਾਂਦਾ ਹੈ। ਸੰਤੁਲਨ ਮੀਨਸ ਬੇਟਾ ਬੈਲੈਂਸ। ਅਗਰ ਇੱਕ ਪਲੜਾ ਭਾਰੀ ਤੁਸੀਂ ਇੱਕ ਪਲੜੇ ਦੇ ਉੱਤੇ ਜ਼ਿਆਦਾ ਭਾਰ ਦੇ ਦੋਗੇ ਤਾਂ ਕੁਆਇਟ ਓਬਵੀਅਸ ਬੈਲੈਂਸ ਵਿਗੜ ਜਾਊਗਾ। ਤਾਂ ਉਹੀ ਕਨਸੈਪਟ ਆਪਾਂ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਕਾਇਮ ਕਰ ਰਹੇ ਹਾਂ। ਉਸ ਤੋਂ ਬਾਅਦ ਹੈ ਟੈਂਪਰਰੀ ਐਂਡ ਅਨਸਟੇਨੇਬਲ। ਸ਼ਕਤੀ ਸੰਤੁਲਨ ਹਮੇਸ਼ਾ ਅਸਥਾਈ ਹੁੰਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਜੋ ਪਰਸਨ ਸ਼ਕਤੀਸ਼ਾਲੀ ਸ਼ੁਰੂ ਤੋਂ ਚੱਲਦਾ ਆ ਰਿਹਾ ਉਹ ਹਮੇਸ਼ਾ ਹੀ ਸ਼ਕਤੀਸ਼ਾਲੀ ਰਹੇਗਾ, ਨੋ। ਔਰ ਅਸਥਿਰ ਹੁੰਦਾ ਹੈ, ਅਨਕੌਂਸਟੇਬਲ ਨਹੀਂ ਹੁੰਦਾ, ਸਟੇਬਲ ਨਹੀਂ ਹੁੰਦਾ, ਟੈਂਪਰਰੀ ਹੁੰਦਾ ਹੈ ਇਹ। ਉਸ ਤੋਂ ਬਾਅਦ ਹੈ ਐਕਟਿਵਜ਼ਮ ਇੰਟਰਫੇਰੈਂਸ ਜਾਂ ਦਖਲਅੰਦਾਜ਼ੀ ਜਾਂ ਸਰਗਰਮ ਦਖਲਅੰਦਾਜ਼ੀ। ਸ਼ਕਤੀ ਸੰਤੁਲਨ ਕੋਈ ਰੱਬੀ ਦੇਣ ਨਹੀਂ ਹੈ, ਇਟ ਇਜ਼ ਨਾਟ ਅ ਗੋਡ ਗਿਫਟਡ। ਇਹਨੂੰ ਗੇਨ ਕਰਨਾ ਪੈਂਦਾ ਹੈ, ਪ੍ਰਾਪਤ ਕਰਨਾ ਪੈਂਦਾ ਹੈ। ਸ਼ਕਤੀ ਨੂੰ ਹਾਸਿਲ ਕਰਨ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਨੇ, ਸਾਮ ਦਾਮ ਦੰਡ ਭੇਦ ਵਰਗੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅਪਣਾਉਣੀਆਂ ਪੈਂਦੀਆਂ ਨੇ। ਸਪੋਰਟ ਆਫ ਦ ਸਟੇਟਸ ਕਿਉ, ਜਿਉਂ ਦੀ ਤਿਉਂ ਸਥਿਤੀ ਦਾ ਸਮਰਥਨ ਕਰਦਾ ਹੈ। ਬੈਲੈਂਸ ਆਫ ਪਾਵਰ ਕਹਿੰਦਾ ਹੈ ਕਿ ਸ਼ਕਤੀ ਹਾਸਿਲ ਕਰਤੀ, ਬੈਠੋ ਆਰਾਮ ਨਾਲ ਬੈਠ ਜਾਓ, ਹੁਣ ਕੋਈ ਦੇਸ਼ ਦੂਸਰੇ ਦੇਸ਼ ਦੇ ਉੱਤੇ ਹਮਲਾ ਨਹੀਂ ਕਰੇਗਾ। ਮੀਨਸ ਸਿਚੁਏਸ਼ਨ ਜਿਹੜੀ ਹੈਗੀ ਹੈ ਐਜ਼ ਇਟ ਇਜ਼ ਬਣਾਈ ਰੱਖਣ ਦੇ ਵਿੱਚ ਇਹ ਵਿਸ਼ਵਾਸ ਕਰਦਾ ਹੈ, ਕਿਉਂਕਿ ਅਗਰ ਸ਼ਕਤੀ ਜ਼ਿਆਦਾ ਹਾਸਿਲ ਕਰ ਲਈ ਤਾਂ ਬੈਲੈਂਸ ਜਿਹੜਾ ਹੈਗਾ ਉਹ ਵਿਗੜ ਜਾਏਗਾ। ਉਸ ਤੋਂ ਬਾਅਦ ਆਉਂਦਾ ਬੇਟਾ ਟੈਸਟ ਆਫ ਬੈਲੈਂਸ ਆਫ ਪਾਵਰ ਇਜ਼ ਵਾਰ। ਸ਼ਕਤੀ ਸੰਤੁਲਨ ਦੀ ਕਸੌਟੀ ਯੁੱਧ ਹੁੰਦਾ ਹੈ, ਯਾਨੀ ਕਿ ਯੁੱਧ ਡਿਸਾਈਡ ਕਰਦਾ ਹੈ, ਇੱਕ ਵਾਰ ਡਿਸਾਈਡ ਕਰਦੀ ਹੈ ਕਿ ਤੁਹਾਡੇ ਕੋਲ ਸ਼ਕਤੀ ਬਰਾਬਰ ਹੈ ਜਾਂ ਨਹੀਂ ਹੈ। ਅਗਰ ਇੱਕ ਦੇਸ਼ ਜਿੱਤ ਜਾਂਦਾ ਹੈ ਵਾਰ ਦੇ ਵਿੱਚ ਤਾਂ ਇਟ ਮੀਨਸ ਕੀ ਹੈ ਕਿ ਉਹ ਦੇਸ਼ ਜ਼ਿਆਦਾ ਪਾਵਰਫੁਲ ਸੀ ਦੂਸਰੇ ਤੋਂ, ਠੀਕ ਹੈ। ਉਸ ਤੋਂ ਬਾਅਦ ਹੈ ਸਬਜੈਕਟਿਵ ਐਂਡ ਦਾ ਆਬਜੈਕਟਿਵ ਅਪਰੋਚ। ਇਟ ਇਜ਼ ਆਲ ਸਬਜੈਕਟਿਵ। ਸਬਜੈਕਟਿਵ ਮੀਨਸ ਕਿ ਸ਼ਕਤੀ ਸੰਤੁਲਨ ਚਾਹੁੰਦੇ ਹਨ ਜਿਹੜਾ ਕਿ ਉਹਨਾਂ ਦੇ ਹਿੱਤਾਂ ਦੀ ਪੂਰਤੀ ਕਰਦਾ ਹੋਵੇ, ਔਰ ਸਬਜੈਕਟਿਵ ਦੇ ਵਿੱਚ ਅਜਿਹੀ ਸਥਿਤੀ ਚਾਹੁੰਦੇ ਨੇ ਜਿਹੜੇ ਵਿਰੋਧੀ ਰਾਸ਼ਟਰ ਜਿਹੜੇ ਹੈਗੇ ਨੇ ਉਹਨਾਂ ਦੀ ਸ਼ਕਤੀ ਤੋਂ ਜ਼ਿਆਦਾ ਸ਼ਕਤੀ ਪ੍ਰਾਪਤ ਕਰ ਸਕੇ।
ਉਸ ਤੋਂ ਬਾਅਦ ਹੈਗਾ ਬੇਟਾ ਵਿਰੋਧੀ ਉਦੇਸ਼। ਵਿਰੋਧੀ ਉਦੇਸ਼ ਦਾ ਮਤਲਬ ਹੁੰਦਾ ਹੈ ਕਨਫਲਿਕਟਸ ਏਮ। ਸ਼ਕਤੀ ਸੰਤੁਲਨ ਦਾ ਮੁੱਢਲਾ ਉਦੇਸ਼ ਸ਼ਾਂਤੀ ਸਥਾਪਿਤ ਕਰਨਾ ਹੁੰਦਾ ਹੈ ਅਤੇ ਕਈ ਵਾਰ ਆਪਣੇ ਇਸ ਉਦੇਸ਼ ਦੀ ਪ੍ਰਾਪਤੀ ਦੇ ਵਿੱਚ ਸਫਲ ਵੀ ਹੋਇਆ ਹੈ। ਠੀਕ ਹੈ, ਇਹ ਜ਼ਰੂਰੀ ਸ਼ਾਂਤੀ ਸਥਾਪਿਤ ਕਰਨਾ ਇਹਦਾ ਮੇਨ ਮੋਟੋ ਹੁੰਦਾ ਹੈ ਔਰ ਕਈ ਵਾਰ ਪੂਰਾ ਵੀ ਉਤਰਿਆ ਇਸ ਦੇ ਵਿੱਚ। ਪਰੰਤੂ ਕਈ ਵਾਰ ਸ਼ਕਤੀ ਸੰਤੁਲਨ ਦੁਆਰਾ ਖਿੱਚਾਂ ਇੰਨੀਆਂ ਵੱਧ ਜਾਂਦੀਆਂ ਨੇ ਕਿ ਯੁੱਧ ਜਿਹੜੇ ਹੈਗੇ ਨੇ ਉਹ ਵੀ ਹੋਣ ਲੱਗ ਪੈਂਦੇ ਨੇ। ਉਸ ਤੋਂ ਬਾਅਦ ਹੈ ਵੱਡੀਆਂ ਸ਼ਕਤੀਆਂ। ਸ਼ਕਤੀ ਸੰਤੁਲਨ ਦੀਆਂ ਕਾਰਜਕਰਤੀਆਂ ਹੁੰਦੀਆਂ ਨੇ, ਜਿਹੜੀਆਂ ਬਿਗ ਪਾਵਰਸ ਹੁੰਦੀਆਂ ਨੇ, ਉਹ ਇਹਨਾਂ ਦੇ ਮੇਨ ਐਕਟਰਸ ਹੁੰਦੇ ਨੇ ਬੈਲੈਂਸ ਆਫ ਪਾਵਰ ਦੇ। ਉਸ ਤੋਂ ਬਾਅਦ ਆਉਂਦਾ ਹੈ ਮਲਟੀਪਲਿਸਿਟੀ ਆਫ ਦੀ ਸਟੇਟਸ ਐਸੈਂਸ਼ੀਅਲਸ। ਰਾਜ ਦੀਆਂ ਬਹੁਸੰਖਿਆਵਾਂ ਜ਼ਰੂਰੀ ਹੁੰਦੀਆਂ ਨੇ। ਰਾਜ ਬਹੁਤ ਸਾਰੇ ਸਟੇਟਸ, ਬਹੁਤ ਸਾਰੀ ਕੰਟਰੀਜ਼ ਹੋਣੀਆਂ ਚਾਹੀਦੀਆਂ ਤਾਂ ਹੀ ਬੈਲੈਂਸ ਆਫ ਪਾਵਰ ਜਿਹੜਾ ਹੈਗਾ ਉਹ ਬਣ ਸਕਦਾ ਹੈ। ਰਾਸ਼ਟਰੀ ਹਿੱਤਾਂ ਦੀ ਰਾਖੀ। ਅਗਰ ਕੋਈ ਦੇਸ਼ ਜਿਹੜਾ ਹੈਗਾ ਸ਼ਕਤੀਸ਼ਾਲੀ ਹੈ, ਬੈਲੈਂਸ ਆਫ ਪਾਵਰ ਹੈ ਉਹਦੇ ਕੋਲ, ਤਾਂ ਹੀ ਉਹ ਆਪਣੇ ਰਾਸ਼ਟਰੀ ਹਿੱਤਾਂ ਦੀ ਪੂਰਤੀ ਕਰ ਸਕਦਾ ਹੈ। ਜੇਕਰ ਕਿਸੇ ਰਾਸ਼ਟਰ ਕੋਲ ਪਾਵਰ ਹੀ ਨਹੀਂ ਹੈ, ਸ਼ਕਤੀ ਹੀ ਨਹੀਂ ਹੈ, ਤਾਂ ਆਪਣੇ ਹਿੱਤਾਂ ਦੀ ਪੂਰਤੀ ਕਰਨ ਦੇ ਲਈ ਉਹ ਕਦੀ ਵੀ ਸક્ષਮ ਨਹੀਂ ਬਣਦਾ ਹੈਗਾ। ਉਸ ਤੋਂ ਬਾਅਦ ਨੀਡ ਆਫ ਬੈਲੈਂਸਰ। ਸ਼ਕਤੀ ਸੰਸਥਾਪਕ ਦੀ ਲੋੜ ਹੁੰਦੀ ਹੈ ਜੋ ਪਾਵਰ ਜਿਹੜਾ ਹੈਗਾ ਬੈਲੈਂਸ ਆਫ ਪਾਵਰ ਨੂੰ ਬਣਾਈ ਰੱਖੇ। ਠੀਕ ਹੈ, ਸ਼ਕਤੀ ਸੰਤੁਲਨ ਵਿਵਹਾਰਿਕਤਾ ਤੇ ਪ੍ਰਸ਼ਨ ਹੈ, ਕੁਐਸਚਨ ਮਾਰਕ ਇਨ ਦ ਵਿਜ਼ਿਬਿਲਿਟੀ ਆਫ ਦੀ ਬੈਲੈਂਸ ਆਫ ਦੀ ਪਾਵਰ। ਕਈ ਵਾਰ ਵਿਚਾਰਕਾਂ ਦਾ ਵਿਚਾਰ ਹੈ ਕਿ ਵਰਤਮਾਨ ਸਥਿਤੀਆਂ ਦੇ ਵਿੱਚ ਸ਼ਕਤੀ ਸੰਤੁਲਨ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਸਕਦਾ। ਠੀਕ ਹੈ, ਉਸ ਤੋਂ ਬਾਅਦ ਸ਼ਕਤੀ ਸੰਤੁਲਨ ਸ਼ਾਂਤੀ ਦੀ ਵਿਧੀ ਨਹੀਂ ਹੈ। ਬੈਲੈਂਸ ਆਫ ਪਾਵਰ ਇਜ਼ ਨਾਟ ਦਾ ਮਤਲਬ ਕਿ ਇਜ਼ ਨਾਟ ਅ ਡਿਵਾਈਸ ਆਫ ਦੀ ਸ਼ਕਤੀ ਸੰਤੁਲਨ। ਇਹ ਜ਼ਰੂਰੀ ਨਹੀਂ ਹੈ ਕਿ ਬੈਲੈਂਸ ਆਫ ਪਾਵਰ ਦੇ ਵਿੱਚ ਹਮੇਸ਼ਾ ਜਿਹੜੀ ਸ਼ਕਤੀ ਹੈ ਉਹ ਬਰਾਬਰ ਹੀ ਰਹੇ। ਇਟ ਕੈਨ ਬੀ ਮੋਰ ਔਰ ਇਟ ਕੈਨ ਬੀ ਲੈਸ ਆਲਸੋ। ਡਿਫਿਕਲਟ ਟੂ ਮੇਜਰ ਦ ਪਾਵਰ। ਸ਼ਕਤੀ ਨੂੰ ਮਾਪਣਾ ਕਠਿਨ ਹੋ ਜਾਂਦਾ ਬੈਲੈਂਸ ਆਫ ਪਾਵਰ ਦੇ ਵਿੱਚ। ਹਾਊ ਕੈਨ ਯੂ ਜੱਜ ਦੈਟ ਕਿ ਫਲਾਣੇ ਜਿਹੜਾ ਹੈਗਾ ਕਿ ਦੇਸ਼ ਦੇ ਕੋਲ ਪਾਵਰ ਹੈ, ਘੱਟ ਹੈ ਜਾਂ ਵੱਧ ਹੈ, ਹੈ ਨਾ। ਇਟ ਕੈਨ ਨਾਟ ਬੀ ਮੈਜਰ। ਸੋ ਇਸ ਦੇ ਵਿੱਚ ਜਿਹੜੀਆਂ ਹੈਗੀਆਂ ਇਹਦੀ ਵਿਸ਼ੇਸ਼ਤਾਵਾਂ ਇਹੀ ਨੇ। ਠੀਕ ਹੈ, ਇਸ ਤੋਂ ਬਾਅਦ ਆਉਂਦਾ ਬੇਟਾ ਮੈਥਡਸ ਆਫ ਬੈਲੈਂਸ ਆਫ ਪਾਵਰ। ਕਿਸ ਤਰ੍ਹਾਂ ਹੁੰਦਾ ਹੈ? ਸਭ ਤੋਂ ਪਹਿਲਾਂ ਹੈ ਕੰਪਲਸ਼ਨ ਐਂਡ ਪਾਰਟੀਸ਼ਨ। ਕੰਪੈਨਸ਼ਨ ਮਤਲਬ ਹੁੰਦਾ ਹੈ ਮੁਆਵਜ਼ਾ ਦੇਣਾ ਜਾਂ ਫਿਰ ਵੰਡ। ਕਈ ਵਾਰ ਇਹ ਹੁੰਦਾ ਹੈ ਕਿ ਇੱਕ ਸ਼ਕਤੀਸ਼ਾਲੀ ਰਾਸ਼ਟਰ ਦੂਸਰੇ ਸ਼ਕਤੀਸ਼ਾਲੀ ਰਾਸ਼ਟਰ ਦੇ ਉੱਤੇ ਹਮਲਾ ਕਰ ਦਿੰਦਾ ਔਰ ਉਸ ਦੇਸ਼ ਨੂੰ ਆਪਣੇ ਦੇਸ਼ਾਂ ਦੇ ਵਿੱਚ ਮਿਲਾ ਲੈਂਦਾ। ਤਾਂ ਜਿਹੜੇ ਦੇਸ਼ ਨੇ ਹਮਲਾ ਕੀਤਾ ਉਹਦੇ ਵਿੱਚ ਕੀ ਹੋਇਆ, ਉਹਦਾ ਬੈਲੈਂਸ ਆਫ ਪਾਵਰ ਤਾਂ ਵਿਗੜ ਗਿਆ, ਉਹ ਦੇਸ਼ ਜ਼ਿਆਦਾ ਸ਼ਕਤੀਸ਼ਾਲੀ ਹੋ ਗਿਆ। ਔਰ ਜਿਹੜਾ ਹਾਰਿਆ ਹੋਇਆ ਦੇਸ਼ ਹੈ ਉਹ ਆਪਣੀ ਸ਼ਕਤੀ ਨੂੰ ਵਧਾਉਣ ਲਈ ਕੀ ਕਰਦਾ ਹੈ, ਜਾਂ ਤਾਂ ਉਸ ਦੇਸ਼ ਨੂੰ ਰਿਕੁਐਸਟ ਕਰਦਾ ਹੈ ਕਿ ਤੁਸੀਂ ਸਾਡਾ ਦੇਸ਼ ਜਿਹੜਾ ਹੈਗਾ ਸਾਡੇ 'ਤੇ ਮਿਲਾ ਲਿਆ ਹੈਗਾ, ਕੋਈ ਮੁਆਵਜ਼ਾ ਲਓ ਔਰ ਸਾਡਾ ਦੇਸ਼ ਤੁਹਾਨੂੰ ਵਾਪਸ ਕਰ ਦਿਓ, ਜਾਂ ਫਿਰ ਕੀ ਕਰਦਾ ਹੈ ਕਿ ਇਕੁਅਲ ਪਾਰਟੀਸ਼ਨ ਕਰ ਲਓ ਉਹਦੀ, ਜਿਹੜਾ ਇਲਾਕਾ ਤੁਸੀਂ ਵੰਡਿਆ ਹੈ ਅੱਧਾ ਸਾਨੂੰ ਦੇ ਦਿਓ ਅੱਧਾ ਤੁਸੀਂ ਦੇ ਦਿਓ। ਜਾਂ ਫਿਰ ਥਰਡ ਪੁਆਇੰਟ ਉਹ ਕੀ ਹੁੰਦਾ ਕਿ ਉਹ ਕਿਸੇ ਦੂਸਰੇ ਦੇਸ਼ ਦੇ ਉੱਤੇ ਹਮਲਾ ਕਰਕੇ ਆਪਣੇ ਦੇਸ਼ ਦੇ ਵਿੱਚ ਮਿਲਾਉਣ ਦਾ ਯਤਨ ਕਰਦਾ ਹੈ। ਉਸ ਤੋਂ ਬਾਅਦ ਆਉਂਦਾ ਹੈ ਬੇਟਾ ਗੱਠਜੋੜ ਅਤੇ ਵਿਰੋਧੀ ਗੱਠਜੋੜ। ਕਈ ਵਾਰ ਕੀ ਹੁੰਦਾ ਹੈ, ਸ਼ਕਤੀ ਹਾਸਲ ਕਰਨ ਦੇ ਲਈ ਅਲਾਇੰਸਿਸ ਬਣਾਉਣੇ ਪੈਂਦੇ ਨੇ, ਗੱਠਜੋੜ ਕਰਨੇ ਪੈਂਦੇ ਨੇ। ਕਈ ਵਾਰ ਦੁਸ਼ਮਣਾਂ ਨਾਲ ਵੀ ਹੱਥ ਜੋੜ ਮਿਲਾਉਣੇ ਪੈਂਦੇ ਨੇ, ਹੈ ਨਾ। ਕਿ ਜਿਵੇਂ ਸਪੋਜ਼ ਕਰੋ ਕਿ ਇੰਡੀਆ ਪਾਕਿਸਤਾਨ ਦੇ ਵਿੱਚ ਦੁਸ਼ਮਣੀ ਚੱਲ ਰਹੀ ਹੈ, ਤਾਂ ਪਾਕਿਸਤਾਨ ਆਪਣਾ ਮਤਲਬ ਕਿ ਆਪਣੇ ਆਪ ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਉਣ ਦੇ ਲਈ ਕਿਹਨਾਂ ਦੇਸ਼ਾਂ ਦੀ ਖੋਜ ਕਰੇਗਾ, ਜਿਹੜੇ ਆਲਰੇਡੀ ਜਿਹੜੇ ਹੈਗੇ ਨੇ ਇੰਡੀਆ ਦੇ ਦੁਸ਼ਮਣ ਹੈਗੇ ਨੇ। ਤਾਂ ਇਸ ਤਰ੍ਹਾਂ ਦੇ ਗੱਠਜੋੜ ਜਿਹੜੇ ਹੈਗੇ ਨੇ ਬੈਲੈਂਸ ਆਫ ਪਾਵਰਸ ਦੇ ਵਿੱਚ ਇੱਕ ਮੈਜਰਮੈਂਟ ਜਾਂ ਇੱਕ ਡਿਵਾਈਸ ਦਾ ਕੰਮ ਕਰਦੇ ਨੇ। ਠੀਕ ਹੈ, ਸ਼ਸਤਰੀਕਰਨ ਜਾਂ ਨਿਸ਼ਸਤਰੀਕਰਨ। ਸ਼ਸਤਰੀਕਰਨ ਕੀ ਹੁੰਦਾ ਹੈ, ਜ਼ਿਆਦਾ ਤੋਂ ਜ਼ਿਆਦਾ ਹਥਿਆਰ ਗੇਨ ਕਰਨਾ। ਬੈਲੈਂਸ ਆਫ ਪਾਵਰਸ ਦੇ ਵਿੱਚ ਕੀ ਹੁੰਦਾ, ਆਪਣੀ ਸ਼ਕਤੀ ਨੂੰ ਵਧਾਉਣ ਦੇ ਲਈ ਕੀ ਹੁੰਦਾ ਹੈ, ਜ਼ਿਆਦਾ ਤੋਂ ਜ਼ਿਆਦਾ ਸ਼ਸਤਰ ਇਕੱਠੇ ਕੀਤੇ ਜਾਂਦੇ ਨੇ। ਔਰ ਨਿਸ਼ਸਤਰੀਕਰਨ ਕੀ ਹੁੰਦਾ ਕਿ ਜਿਹੜੇ ਦੇਸ਼ ਕੋਲ ਜ਼ਿਆਦਾ ਹਥਿਆਰ ਖਰੀਦ ਰਿਹਾ ਹੈ ਉਸਨੂੰ ਇਹ ਐਡਵਾਈਸ ਵੀ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਹਥਿਆਰਾਂ ਦੀ ਦੌੜ ਨੂੰ ਘੱਟ ਕਰੋ। ਦਖਲ ਅੰਦਾਜ਼ੀ ਅਤੇ ਨਾ ਦਖਲ ਅੰਦਾਜ਼ੀ। ਕਈ ਵਾਰ ਕੀ ਹੁੰਦਾ ਹੈ, ਕਿਸੇ ਦੂਸਰੇ ਦੇਸ਼ ਦੇ ਉੱਤੇ ਹਮਲਾ ਕਰਨ ਦੇ ਲਈ ਕਿਸੇ ਦੂਸਰੇ ਦੇਸ਼ ਦੇ ਸ਼ਕਤੀ ਨੂੰ ਆਪਣੇ ਅੰਡਰ ਮਿਲਾਉਣ ਦੇ ਲਈ ਕੀ ਕਰਨਾ ਪੈਂਦਾ, ਉਸਦੇ ਉੱਤੇ ਹਮਲਾ ਕਰਨਾ ਪੈਂਦਾ, ਦਖਲ ਅੰਦਾਜ਼ੀ ਕਰਨੀ ਪੈਂਦੀ ਹੈ। ਔਰ ਕਈ ਵਾਰ ਕੀ ਹੁੰਦਾ, ਉਹਨੂੰ ਖੁੱਲ੍ਹਾ ਛੱਡ ਦੇਣ ਦੀ ਜਿਹੜੀ ਸਥਿਤੀ ਹੈ ਉਹ ਹੋ ਜਾਂਦੀ ਹੈ। ਉਸ ਤੋਂ ਬਾਅਦ ਆਉਂਦਾ ਡਿਵਾਈਡ ਐਂਡ ਰੂਲ। ਇਸ ਤੋਂ ਤੁਸੀਂ ਸਾਰੇ ਹੀ ਵਾਕਿਫ ਹੋ। ਅੰਗਰੇਜ਼ਾਂ ਦੇ ਕਾਰਨ ਅੰਗਰੇਜ਼ਾਂ ਨੇ ਕੀ ਕੀਤਾ, ਹਿੰਦੂ ਔਰ ਮੁਸਲਮਾਨਾਂ ਨੂੰ ਲੜਾ ਕੇ ਉਹਨਾਂ ਨੂੰ ਸਾਡੇ ਦੇਸ਼ ਦੀ ਸ਼ਕਤੀ ਨੂੰ ਘੱਟ ਕਰਕੇ ਆਪਣੀ ਸ਼ਕਤੀ ਨੂੰ ਵਧਾ ਲਿੱਤਾ ਗਿਆ। ਦੋ ਵਿਰੋਧੀ ਰਾਜਾਂ ਦੇ ਵਿਚਕਾਰ ਨਿਰਪੱਖ ਰਾਜ ਜਾਂ ਖੇਤਰ। ਬਫਰ ਸਟੇਟ ਔਰ ਜ਼ੋਨ। ਜਦੋਂ ਦੋ ਵਿਰੋਧੀ ਰਾਜਾਂ ਦੇ ਵਿੱਚ ਇੱਕ ਸਟੇਟ ਇਹੋ ਜਿਹੀ ਹੁੰਦੀ ਹੈ ਜਿਹਦੇ ਕਾਰਨ ਹਮੇਸ਼ਾ ਤਣਾਅ ਦੀ ਸਥਿਤੀ ਬਣੀ ਰਹਿੰਦੀ ਹੈ, ਤਾਂ ਉਸ ਤਣਾਅ ਦੀ ਸਥਿਤੀ ਨੂੰ ਵੀ ਬੈਲੈਂਸ ਆਫ ਪਾਵਰ ਦਾ ਕੰਮ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਹੈ ਘਰੇਲੂ ਵਿਧੀਆਂ, ਡੋਮੈਸਟਿਕ ਵਾਇਲੈਂਸ, ਕਿ ਆਪਣੇ ਇਨਵਾਇਰਮੈਂਟ ਨੂੰ ਵਧੀਆ ਕਰਕੇ, ਆਪਣੀ ਸੈਨਿਕ ਸ਼ਕਤੀਆਂ ਨੂੰ ਵਧਾ ਕੇ, ਪੈਸਾ ਵਧਾ ਕੇ, ਇਨਵਾਇਰਮੈਂਟ ਵਧਾ ਕੇ। ਇਸ ਤੋਂ ਇਲਾਵਾ ਹੋਰ ਵੀ ਨੇ
ਸ਼ਕਤੀ ਪੱਕੀ ਕਰਨਾ ਜਾਂ ਸ਼ਕਤੀ ਨੂੰ ਜਮਾਉਣਾ, ਸ਼ਾਂਤੀ ਸਥਾਪਨ ਲਈ ਪਹਿਲ ਕਰਨਾ, ਮਿੱਤਰਤਾਪੂਰਵਕ ਸੰਬੰਧ ਕਾਇਮ ਕਰਨਾ, ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਸਰਗਰਮੀਆਂ ਦੇ ਵਿੱਚ ਸ਼ਾਮਿਲ ਹੋਣਾ। ਸੋ ਦੀਜ਼ ਆਰ ਦੀ ਜਿਹੜੇ ਹੈਗੇ ਨੇ ਮੈਜਰਮੈਂਟਸ। ਉਸ ਤੋਂ ਬਾਅਦ ਆਉਂਦਾ ਹੈ ਸ਼ਾਂਤੀ ਦੀ ਗਰੰਟੀ, ਸ਼ਕਤੀ ਸੰਤੁਲਨ ਦੀਆਂ ਹੱਕ ਦੇ ਵਿੱਚ ਦੇ ਦੇਣਾ। ਇਹ ਸ਼ਾਂਤੀ ਦੀ ਗਰੰਟੀ ਹੈ, ਜਦ ਤੱਕ ਦੋ ਦੇਸ਼ਾਂ ਦੇ ਵਿੱਚ ਬਰਾਬਰ ਪਾਵਰ ਰਹੇਗੀ ਯੁੱਧ ਹੋਣ ਦੀ ਸੰਭਾਵਨਾ ਘੱਟ ਹੋਏਗੀ। ਠੀਕ ਹੈ। ਉਸ ਤੋਂ ਬਾਅਦ ਹੈ ਜੀ ਸਮਾਜਵਾਦੀ ਪ੍ਰਕਿਰਤੀਆਂ 'ਤੇ ਰੋਕ ਲਗਾਉਂਦਾ ਹੈ, ਅੰਤਰਰਾਸ਼ਟਰੀ ਸੰਬੰਧਾਂ ਵਿੱਚ ਸਥਿਰਤਾ ਲਿਆਉਂਦਾ ਹੈ, ਅੰਤਰਰਾਸ਼ਟਰੀ ਕਾਨੂੰਨਾਂ ਨੂੰ ਕਾਇਮ ਕਰਦਾ ਹੈ, ਅੰਤਰਰਾਸ਼ਟਰੀ ਸੰਬੰਧਾਂ ਵਿੱਚ ਨਿਆਂ ਯਕੀਨੀ ਬਣਾਉਂਦਾ ਹੈ, ਰਾਜ ਦੀ ਸੁਤੰਤਰਤਾ ਦੀ ਰਾਖੀ ਕਰਦਾ ਹੈ, ਯੁੱਧਾਂ ਨੂੰ ਰੋਕਦਾ ਹੈ ਔਰ ਛੋਟੇ ਰਾਜਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਕਿਉਂਕਿ ਜਦ ਤੱਕ ਬੈਲੈਂਸ ਆਫ ਪਾਵਰ ਰਹੇਗਾ ਬੇਟਾ, ਹਰ ਇੱਕ ਦੇਸ਼ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਸਿਕਿਉਰ ਸ਼ਾਮਿਲ ਕਰੇਗਾ। ਹੁਣ ਸ਼ਕਤੀ ਸੰਤੁਲਨ ਦੇ ਵਿਰੁੱਧ ਦਲੀਲਾਂ ਕਿਹੜੀਆਂ ਨੇ? ਸ਼ਕਤੀ ਸੰਤੁਲਨ ਸ਼ਾਂਤੀ ਸਥਾਪਨ ਨਹੀਂ ਕਰਦਾ। ਇਹ ਜ਼ਰੂਰੀ ਨਹੀਂ ਹੈ ਕਿ ਬੈਲੈਂਸ ਆਫ ਪਾਵਰ ਹੈ ਤਾਂ ਯੁੱਧ ਨਹੀਂ ਹੋਏਗਾ। ਇਟ ਕੈਨ ਬੀ ਟਰਨ ਇਨਟੂ ਦੀ ਵਾਰ। ਉਸ ਤੋਂ ਬਾਅਦ ਸੰਸਾਰ ਨੂੰ ਵੰਡ ਦਿੰਦਾ ਹੈ, ਦੋ ਭਾਗਾਂ ਦੇ ਵਿੱਚ ਵੰਡ ਦਿੰਦਾ ਹੈ। ਉਸ ਤੋਂ ਬਾਅਦ ਸੁਰੱਖਿਆ ਦੀ ਕੋਈ ਗਰੰਟੀ ਨਹੀਂ ਹੁੰਦੀ ਇਹਦੇ ਵਿੱਚ, ਔਰ ਰਾਸ਼ਟਰੀ ਸਥਿਰ ਇਕਾਈਆਂ ਨਹੀਂ ਹਨ, ਮਤਲਬ ਸਟੇਬਿਲਿਟੀ ਨਹੀਂ ਹਨ। ਹਮੇਸ਼ਾ ਹਰ ਇੱਕ ਰਾਸ਼ਟਰ ਜਿਹੜਾ ਹੈਗਾ ਉਹ ਸਰਗਰਮੀਆਂ ਦੇ ਵਿੱਚ ਸ਼ਾਮਿਲ ਹੁੰਦਾ ਹੈ, ਕੰਟੀਨਿਊਸ ਪ੍ਰੋਸੈਸ ਚੱਲਦਾ ਰਹਿੰਦਾ ਹੈ। ਗਲਤ ਧਾਰਨਾ 'ਤੇ ਆਧਾਰਿਤ ਹੈ। ਇਹ ਧਾਰਨਾ ਬਿਲਕੁਲ ਗਲਤ ਹੈ ਕਿ ਜਦ ਤੱਕ ਬੈਲੈਂਸ ਆਫ ਪਾਵਰ ਰਹੇਗਾ ਯੁੱਧ ਹੋਣ ਦੀ ਸੰਭਾਵਨਾ ਘੱਟ ਹੋਏਗੀ। ਠੀਕ ਹੈ। ਗੈਰ ਯਥਾਰਥਵਾਦੀ ਸਿਧਾਂਤ ਹੈ, ਅਨਰੀਅਲਿਸਟਿਕ ਹੈ, ਪ੍ਰੈਕਟੀਕਲ ਨਹੀਂ ਹੈ। ਵੰਡੀਆਂ ਹੋਈਆਂ ਸ਼ਕਤੀਆਂ ਦੀ ਖੇਡ, ਵੱਡੀਆਂ ਸ਼ਕਤੀਆਂ ਦੀ ਖੇਡ ਹੈ ਇਹ। ਵੱਡੇ ਜਿਹੜੀ ਦੇਸ਼ ਨੇ, ਵੱਡੇ ਜਿਹੜੀ ਕੰਟਰੀਜ਼ ਨੇ ਉਹੀ ਇਹਦੇ ਮੇਨ ਐਕਟਰਸ ਨੇ, ਅਦਰਵਾਈਜ਼ ਬਾਕੀ ਨਹੀਂ। ਇੱਕ ਹੀ ਸ਼ਕਤੀ ਦੀ ਪ੍ਰਧਾਨਤਾ ਵੀ ਸ਼ਾਂਤੀ ਸਥਾਪਿਤ ਕਰ ਸਕਦੀ ਹੈ। ਜਦ ਇੱਕ ਪਾਵਰ ਹੋਊਗਾ, ਇੱਕ ਦੇਸ਼ ਸ਼ਕਤੀਸ਼ਾਲੀ ਹੋਏਗਾ, ਉਹ ਕਹਿਣ ਦਾ ਮਤਲਬ ਹੈ ਕਿ ਉਹ ਦੇਸ਼ ਜਿਹੜਾ ਹੈਗਾ ਤਾਂ ਹੀ ਸ਼ਾਂਤੀ ਸਥਾਪਿਤ ਕਰ ਸਕਦਾ ਹੈ। ਠੀਕ ਹੈ। ਨੈਰੋ ਬੇਸ ਹੈ, ਇਹਦਾ ਕੋਈ ਪ੍ਰੈਕਟੀਕਲ ਅਥਾਟ ਨਹੀਂ ਹੈ, ਪ੍ਰੈਕਟੀਕਲ ਨਹੀਂ ਹੈ। ਰਾਸ਼ਟਰ ਆਪਣੀ ਇੱਛਾ ਨਾਲ ਸਮਝੌਤਿਆਂ ਨੂੰ ਤੋੜਨ ਦੇ ਵਿੱਚ ਸੁਤੰਤਰ ਨਹੀਂ ਹੈ। ਇੱਕ ਦੇਸ਼ ਦੂਸਰੇ ਦੇਸ਼ ਦੇ ਨਾਲ ਅਗਰ ਸਮਝੌਤਾ ਕਰਦਾ ਹੈ ਤਾਂ ਉਹ ਕਦੀ ਵੀ ਤੋੜ ਨਹੀਂ ਸਕਦਾ, ਇਹ ਦੂਸਰੇ ਦੇਸ਼ ਦੇ ਉੱਤੇ ਵੀ ਡਿਪੈਂਡ ਕਰਦਾ ਹੈ। ਵਰਤਮਾਨ ਅੰਤਰਰਾਸ਼ਟਰੀ ਸਥਿਤੀਆਂ ਦੇ ਅਨੁਕੂਲ ਨਹੀਂ ਹੈ, ਜਿੱਥੇ ਅੱਜ ਕੱਲ੍ਹ ਹਰ ਇੱਕ ਦੇਸ਼ ਜ਼ਿਆਦਾ ਤੋਂ ਜ਼ਿਆਦਾ ਪਾਵਰ ਜਿਹੜਾ ਹੈਗਾ ਗੇਨ ਕਰਨ ਦੇ ਚੱਕਰ ਦੇ ਵਿੱਚ ਲੱਗਾ ਹੋਇਆ ਹੈ। ਇਸ ਤੋਂ ਨੈਕਸਟ ਟੌਪਿਕ ਆਪਾਂ ਬੇਟਾ ਕੱਲ੍ਹ ਕਰਾਂਗੇ। ਠੀਕ ਹੈ।